बहुत बहुत स्वागत है। ये है द नवजोत ढिल्लोंवाल। कुछ ख्याल कुछ सवाल ਤੇ मैं हाँ नवजोत ढिल्लों ਤੁਹਾਡੇ ਲਈ ਲੈ ਕੇ ਆਈ ਹਾਂ ਚਿੱਠੀਆਂ ਅਣਲਿਖੀਆਂ ਦਾ ਇੱਕ ਬਿਲਕੁਲ ਨਵਾਂ ਐਪੀਸੋਡ। ਪਿਛਲੇ ਹਫਤੇ ਲਾਈਵ ਹੋ ਕੇ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕੀਤੀ ਸੀ ਕਿ ਮੇਰੇ ਕੋਲ ਕੁਝ ਵੱਖਰੀ ਕਿਸਮ ਦੀਆਂ ਚਿੱਠੀਆਂ ਵੀ ਪਹੁੰਚ ਰਹੀਆਂ ਨੇ ਤੇ ਅੱਜ ਉਹਨਾਂ ਵੱਖਰੀ ਕਿਸਮ ਦੀਆਂ ਚਿੱਠੀਆਂ ਦੇ ਵਿੱਚੋਂ ਇੱਕ ਚਿੱਠੀ ਜਿਹੜੀ ਆਡੀਓ ਦੇ ਰੂਪ ਦੇ ਵਿੱਚ ਮੇਰੇ ਕੋਲ ਪਹੁੰਚੀ ਹੈ ਤੇ ਮੈਂ ਟਰਾਂਸਕ੍ਰਿਪਟ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕਰ ਰਹੀ ਹਾਂ। ਇਹ ਚਿੱਠੀ ਵੱਖਰੀ ਕਿਸਮ ਦੀ ਕਿਉਂ ਆ? ਇਹ ਇਸ ਕਰਕੇ ਵੀ ਹੈ ਕਿ ਇਹ ਕਿਸੇ ਨੇ ਪੂਰੀ ਤਰ੍ਹਾਂ ਆਪਣੇ ਇਮੋਸ਼ਨਸ ਪਾ ਕੇ ਮੇਰੇ ਕੋਲ ਚਿੱਠੀ ਭੇਜੀ ਹੈ। ਤੇ ਆਓ ਫਿਰ ਸਿਲਸਿਲਾ ਸ਼ੁਰੂ ਕਰਦੇ ਹਾਂ ਚਿੱਠੀਆਂ ਅਣਲਿਖੀਆਂ ਦਾ। ਇਹ ਚਿੱਠੀ ਲਿਖਣ ਵਾਲੇ ਨੇ ਕਵਲਜੀਤ। ਮੈਂ ਸਪਸ਼ਟ ਕਰਦਿਆਂ ਕਿ ਇਹ ਚਿੱਠੀ ਜਦੋਂ ਉਹਨਾਂ ਨੇ ਮੇਰੇ ਕੋਲ ਆਡੀਓ ਦੇ ਰੂਪ ਦੇ ਵਿੱਚ ਭੇਜੀ ਹੈ ਉਸ ਤੋਂ ਬਾਅਦ ਮੇਰੀ ਉਹਨਾਂ ਦੇ ਨਾਲ ਗੱਲ ਵੀ ਹੋਈ ਹੈ। ਉਹਨਾਂ ਨੇ ਇਹ ਗੱਲ ਤਾਕੀਦ ਕੀਤੀ ਹੈ ਕਿ ਉਹਨਾਂ ਦਾ ਅਸਲੀ ਨਾਮ ਹੀ ਇਸ ਚਿੱਠੀ ਦੇ ਵਿੱਚ ਸਾਂਝਾ ਕੀਤਾ ਜਾਵੇ। ਸੋ ਉਹਨਾਂ ਦੀ ਖਾਸ ਰਿਕੁਐਸਟ ਦੇ ਉੱਤੇ ਅੱਜ ਇਹਨਾਂ ਦਾ ਅਸਲੀ ਨਾਮ ਕਵਲਜੀਤ ਕੌਰ ਜਲੰਧਰ ਤੋਂ ਚਿੱਠੀ ਇਹ ਉਹਨਾਂ ਨੇ ਲਿਖ ਕੇ ਭੇਜੀ ਹੈ। ਮੈਂ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਇਹ ਚਿੱਠੀ। ਕਹਿੰਦੇ ਨਵਜੋਤ ਜੀ, ਇਹ ਚਿੱਠੀ ਮੈਂ ਆਪਣੇ ਦਾਦੀ ਜੀ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਮਾਂ ਜੀ ਕਹਿੰਦੇ ਸਾਂ ਉਹਨਾਂ ਲਈ ਲਿਖ ਰਹੀ ਹਾਂ। ਮੇਰੇ ਡੈਡ ਹੋਰੀ 4 ਭਰਾ ਸਨ ਤੇ ਉਹਨਾਂ ਦੀ ਇੱਕ ਭੈਣ ਸੀ। ਮੇਰੇ ਦਾਦਕੇ ਪਰਿਵਾਰ ਦਾ ਬਹੁਤ ਵੱਡਾ ਘਰ ਸੀ ਅਜਨਾਲੇ ਦੇ ਕੋਲ ਇੱਕ ਪਿੰਡ ਦੇ ਵਿੱਚ। ਮੇਰੇ 2 ਤਾਏ ਖੇਤੀਬਾੜੀ ਨਹੀਂ ਕਰਨਾ ਚਾਹੁੰਦੇ ਸਨ, ਇਸ ਲਈ ਆਪਣੇ ਸੁਪਨੇ ਪੂਰੇ ਕਰਨ ਦੇ ਲਈ ਉਹ ਦਿੱਲੀ ਜਾ ਕੇ ਵਸ ਗਏ। ਮੇਰੇ ਡੈਡ ਤੇ ਉਹਨਾਂ ਦਾ ਦੂਜਾ ਭਰਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਾ ਵਸੇ। ਪਿੰਡ ਵਿੱਚ ਬਾਪੂ ਜੀ ਤੇ ਮਾਂ ਜੀ ਯਾਨੀ ਮੇਰੇ ਦਾਦਾ ਜੀ ਤੇ ਦਾਦੀ ਜੀ ਇਕੱਲੇ ਰਹਿ ਗਏ। 4 ਪੁੱਤਰਾਂ ਵਿੱਚੋਂ ਕਿਸੇ ਨੇ ਵੀ ਮਾਂ-ਬਾਪ ਦੀ ਪਰਵਾਹ ਨਾ ਕੀਤੀ। ਬਜ਼ੁਰਗ ਬਾਪੂ ਜੀ ਤੇ ਮਾਂ ਜੀ ਦੀ ਜ਼ਮੀਨ ਤੇ ਕਿਸੇ ਨੇ ਡਰਾ ਧਮਕਾ ਕੇ ਕਬਜ਼ਾ ਕਰ ਲਿਆ। ਮਾਂ ਜੀ ਨੂੰ ਇੱਕ ਅਜਿਹੀ ਬਿਮਾਰੀ ਹੋ ਗਈ ਕਿ ਉਹਨਾਂ ਦੇ ਅੱਧੇ ਸਰੀਰ ਨੇ ਕੰਮ ਕਰਨਾ ਬੰਦ ਕਰ ਦਿੱਤਾ ਤੇ ਉਹਨਾਂ ਦੀ ਆਵਾਜ਼ ਵੀ ਚਲੀ ਗਈ। 4 ਪੁੱਤਰਾਂ ਦੀ ਮਾਂ ਸਾਂਭ ਸੰਭਾਲ ਖੁਣੋਂ ਹੌਲੀ ਹੌਲੀ ਕਰਕੇ ਮੌਤ ਦੇ ਮੂੰਹ ਜਾ ਪਈ ਤੇ ਮੇਰਾ ਜਿਸ ਦਾ ਦਾਦੀ ਨਾਲ ਅੰਤਾਂ ਦਾ ਮੋਹ ਸੀ ਉਹ ਅੱਜ ਤੱਕ ਪਛਤਾਵੇ ਦੀ ਅੱਗ ਵਿੱਚ ਸੜ ਰਹੀ ਹੈ ਕਿ ਮੈਂ ਵੀ ਕਿਉਂ ਨਾ ਦਾਦੀ ਦੀ ਯਾਨੀ ਮਾਂ ਜੀ ਦੀ ਦੇਖਭਾਲ ਕਰ ਸਕੀ। ਇਹ ਚਿੱਠੀ ਲਿਖਣ ਤੋਂ ਪਹਿਲਾਂ ਜੋ ਮੇਰੇ ਨਾਲ ਇਹਨਾਂ ਨੇ ਆਪਣੀ ਗੱਲਬਾਤ ਸਾਂਝੀ ਕੀਤੀ ਪਹਿਲਾਂ ਮੈਂ ਤੁਹਾਨੂੰ ਉਹ ਦੱਸ ਰਹੀ ਹਾਂ। ਕਹਿੰਦੇ ਕਿ ਨਵਜੋਤ ਤੇਰਾ ਪ੍ਰੋਗਰਾਮ ਸੁਣ ਕੇ ਇੰਝ ਮਹਿਸੂਸ ਹੁੰਦਾ ਜਿਵੇਂ ਰੂਹਾਂ ਕਿਤੇ ਆਸ-ਪਾਸ ਹੁੰਦੀਆਂ ਨੇ ਜਾਂ ਨਹੀਂ ਹੁੰਦੀਆਂ ਨਹੀਂ ਪਤਾ, ਪਰ ਮੇਰੀ ਆਤਮਾ 'ਤੇ ਵੱਡਾ ਬੋਝ ਹੈ। ਜੇ ਮੇਰੀ ਇਸ ਚਿੱਠੀ ਨੂੰ ਆਪਣੇ ਪ੍ਰੋਗਰਾਮ ਵਿੱਚ ਸ਼ਾਮਿਲ ਕਰੇਂਗੀ ਤਾਂ ਸ਼ਾਇਦ ਮੈਨੂੰ ਇਹ ਮਹਿਸੂਸ ਹੋਵੇ ਕਿ ਮਾਂ ਜੀ ਤੱਕ ਮੇਰੀ ਆਵਾਜ਼ ਜਾ ਰਹੀ ਹੈ ਤੇ ਸ਼ਾਇਦ ਇਸ ਚਿੱਠੀ ਨੂੰ ਸੁਣ ਕੇ ਹੋਰ ਧੀਆਂ ਪੁੱਤਰ ਮਹਿਸੂਸ ਕਰ ਸਕਣ ਕਿ ਅਸੀਂ ਆਪਣੇ ਬਜ਼ੁਰਗਾਂ ਨੂੰ ਮਾਣ ਸਨਮਾਨ ਦੇ ਸਕੀਏ। ਕਹਿੰਦੇ ਜੱਗ ਤੋਂ ਸਭ ਨੇ ਤੁਰ ਜਾਣਾ ਹੈ ਪਰ ਕਿਸੇ ਦੀ ਆਤਮਾ ਨੂੰ ਕਸ਼ਟ ਨਾ ਹੋਵੇ। ਇਹ ਗੱਲ ਜਿਹੜੀ ਇਹਨਾਂ ਨੇ ਮੈਨੂੰ ਲਿਖੀ ਹੈ ਚਿੱਠੀ ਦੇ ਸ਼ੁਰੂ ਵਿੱਚ ਤੇ ਉਸ ਤੋਂ ਬਾਅਦ ਇਹਨਾਂ ਦੀ ਆਪਣੀ ਚਿੱਠੀ ਲਿਖ ਰਹੇ ਨੇ। ਕਹਿੰਦੇ ਮੇਰੇ ਪਿਆਰੇ ਮਾਂ ਜੀ, ਮੈਨੂੰ ਤੁਸੀਂ ਬਹੁਤ ਯਾਦ ਆਉਂਦੇ ਹੋ। ਭਾਵੇਂ ਮੈਂ ਖੁਦ ਬੱਚਿਆਂ ਦੀ ਮਾਂ ਬਣ ਗਈ ਹਾਂ, ਬੱਚਿਆਂ ਵਾਲੀ ਹੋ ਗਈ ਹਾਂ, ਪਰ ਮੇਰਾ ਬਚਪਨ ਜਿਹੜਾ ਮੈਂ ਤੁਹਾਡੇ ਨਾਲ ਬਿਤਾਇਆ ਸੀ ਹਾਲੇ ਵੀ ਮੇਰੀਆਂ ਯਾਦਾਂ ਵਿੱਚ ਤਾਜ਼ਾ ਹੈ। ਅੰਮ੍ਰਿਤਸਰੋਂ ਤੁਹਾਡੇ ਕੋਲ ਪਿੰਡ ਆਉਣ ਦਾ ਹਰ ਵੇਲੇ ਚਾਅ ਹੁੰਦਾ ਸੀ। ਛੁੱਟੀਆਂ ਵਿੱਚ ਮਾਂ ਜੀ ਸਿਰਫ ਤੁਹਾਡੇ ਕੋਲ ਆਉਣਾ ਹੀ ਚੰਗਾ ਲੱਗਦਾ ਸੀ। ਮਾਂ ਜੀ, ਮੈਨੂੰ ਨਹੀਂ ਪਤਾ ਕਿ ਤੁਹਾਡਾ ਬਾਕੀ ਬੱਚਿਆਂ ਦੇ ਮੁਕਾਬਲੇ ਮੇਰੇ ਵਿੱਚ ਇੰਨਾ ਮੋਹ ਕਿਉਂ ਸੀ। ਮੈਂ ਵੀ ਨਹੀਂ ਜਾਣਦੀ ਕਿ ਮੇਰੀ ਵੀ ਕਿਉਂ ਤੁਹਾਡੇ ਨਾਲ ਵੱਖਰੀ ਹੀ ਸਾਂਝ ਸੀ। ਮਾਂ ਜੀ, ਤੁਹਾਨੂੰ ਕੋਈ ਵੀ ਚੀਜ਼ ਚੰਗੀ ਲੱਗਣੀ ਤੁਸੀਂ ਮੇਰੇ ਲਈ ਸਾਂਭ ਕੇ ਰੱਖ ਲੈਂਦੇ ਹੁੰਦੇ ਸੀ। ਤੇ ਮਾਂ ਜੀ, ਜਦ ਕਦੇ ਤੁਸੀਂ ਸਾਗ ਬਣਾਉਣਾ ਬੱਸ ਫੜ ਕੇ ਅੰਮ੍ਰਿਤਸਰ ਆ ਕੇ ਦੇ ਜਾਣਾ। ਮਾਂ ਜੀ, ਜਦ ਕਦੇ ਤੁਸੀਂ ਸਾਗ ਬਣਾਉਣਾ ਤਾਂ ਬੱਸ ਫੜ ਕੇ ਅੰਮ੍ਰਿਤਸਰ ਆ ਜਾਣਾ ਤੇ ਉੱਥੇ ਆ ਕੇ ਸਾਨੂੰ ਦੇ ਜਾਣਾ। ਤੇ ਮੈਂ ਜ਼ਿੱਦ ਕਰਦੀ ਹੁੰਦੀ ਸੀ
ਕਿ ਮਾਂ ਜੀ ਤੁਸੀਂ ਸਾਡੇ ਕੋਲ ਕਿਉਂ ਨਹੀਂ ਰਹਿੰਦੇ, ਤੇ ਤੁਸੀਂ ਹਰ ਵਾਰੀ ਕੋਈ ਨਾ ਕੋਈ ਬਹਾਨਾ ਬਣਾ ਦੇਣਾ ਕਿ ਮੱਝਾਂ ਚੋਣੀਆਂ ਨੇ, ਮੁਰਗੀਆਂ ਸਾਂਭਣੀਆਂ ਨੇ, ਤੇ ਫਿਰ ਤੁਸੀਂ ਵਾਪਸ ਚਲੇ ਜਾਣਾ, ਸਾਡੇ ਕੋਲ ਨਾ ਰਹਿਣਾ। ਮੈਂ ਉਦਾਸ ਹੋ ਜਾਣਾ, ਫਿਰ ਛੁੱਟੀਆਂ ਵਿੱਚ ਤੁਹਾਡੇ ਕੋਲ ਆ ਕੇ ਰਹਿਣਾ, ਖੇਤਾਂ ਵਿੱਚ ਜਾਣਾ, ਬੰਬੀ 'ਤੇ ਨਹਾਉਣਾ। ਕਿੰਨੇ ਚੰਗੇ ਸਨ ਉਹ ਦਿਨ। ਮਾਂ ਜੀ ਤੁਸੀਂ ਕਿੰਨਾ ਪਿਆਰ ਕਰਦੇ ਸੀ। ਮੇਰੇ ਛੋਟੇ ਛੋਟੇ ਖਿਡੌਣੇ ਤੁਸੀਂ ਸਾਂਭ ਸਾਂਭ ਕੇ ਰੱਖ ਲੈਂਦੇ ਸੀ, ਤੇ ਜਦ ਵੀ ਮੈਂ ਪਿੰਡ ਆਉਣਾ ਤੁਸੀਂ ਸੰਦੂਕ 'ਚੋਂ ਕੱਢ ਕੇ ਮੇਰੇ ਲਈ ਉਹ ਖਿਡੌਣੇ, ਮੇਰੀਆਂ ਛੋਟੀਆਂ ਛੋਟੀਆਂ ਬਾਲਟੀਆਂ ਤੇ ਭਾਂਡੇ ਮੈਨੂੰ ਦੇ ਦੇਣੇ, ਤੇ ਜਦ ਮੈਂ ਵਾਪਸ ਚਲੇ ਜਾਣਾ ਤੇ ਤੁਸੀਂ ਉਹ ਸਭ ਖਿਡੌਣੇ ਸਾਂਭ ਕੇ ਫਿਰ ਸੰਦੂਕ ਵਿੱਚ ਰੱਖ ਲੈਂਦੇ ਹੁੰਦੇ ਸੀ। ਮਾਂ ਜੀ ਤੁਹਾਨੂੰ ਯਾਦ ਹੈ ਜਦੋਂ ਆਪਣੀ ਇੱਕ ਸਹੇਲੀ ਦੇ ਰੀਸੇ ਮੈਂ ਵੀ ਤੁਹਾਨੂੰ ਬੀਜੀ ਕਹਿ ਕੇ ਬੁਲਾਇਆ ਸੀ, ਤਾਂ ਬਾਪੂ ਜੀ ਨੇ ਮੈਨੂੰ ਕਿਹਾ ਕਿ ਤੂੰ ਮਾਂ ਜੀ ਨੂੰ ਮਾਂ ਜੀ ਕਹਿ ਕੇ ਹੀ ਬੁਲਾਇਆ ਕਰ, ਤੇਰੇ ਮੂੰਹੋਂ ਮਾਂ ਜੀ ਸੁਣਨਾ ਬਹੁਤ ਚੰਗਾ ਲੱਗਦਾ ਹੈ। ਮਾਂ ਜੀ ਮੈਂ ਛੋਟੀ ਸਾਂ ਜਦੋਂ ਸੁਣਨ ਵਿੱਚ ਆਇਆ ਸੀ ਕਿ ਲਾਹੌਰੀਆਂ ਨੇ ਬਾਪੂ ਜੀ ਤੇ ਹਥਿਆਰਾਂ ਨਾਲ ਵਾਰ ਕੀਤਾ ਸੀ ਤੇ ਜ਼ਮੀਨ ਤੇ ਕਬਜ਼ਾ ਕਰ ਲਿਆ ਸੀ। ਮੈਂ ਉਦੋਂ ਵੀ ਸੋਚਦੀ ਸਾਂ ਕਿ ਤੁਹਾਡੇ 4 ਪੁੱਤਰਾਂ ਨੇ ਨਾ ਜ਼ਮੀਨ ਲਈ ਤੇ ਨਾ ਹੀ ਬਾਪੂ ਜੀ ਲਈ ਕੋਈ ਕਿਸੇ ਤਰ੍ਹਾਂ ਦਾ ਕਦਮ ਉਠਾਇਆ। ਮਾਂ ਜੀ ਗੱਲ ਜ਼ਮੀਨ ਦੀ ਨਹੀਂ ਸੀ, ਬਾਪੂ ਜੀ ਦੀਆਂ ਭਾਵਨਾਵਾਂ ਦੀ ਸੀ। ਉਸ ਬਜ਼ੁਰਗ ਦੀ ਜ਼ਮੀਨ ਖੋਹੀ ਗਈ, ਕੋਈ ਪੁੱਤ ਸਾਹਮਣੇ ਨਾ ਆਇਆ। ਮਾਂ ਜੀ ਮੈਂ ਅੱਜ ਵੀ ਦੁਖੀ ਹੋ ਜਾਂਦੀ ਹਾਂ ਉਹਨਾਂ ਪਲਾਂ ਬਾਰੇ ਸੋਚ ਕੇ ਜਦੋਂ ਤੁਹਾਡੇ 4 ਪੁੱਤਰ ਤੁਹਾਨੂੰ ਦੋਹਾਂ ਨੂੰ ਪਿੰਡ ਛੱਡ ਕੇ ਤੁਰ ਗਏ ਸਨ। ਮਾਂ ਜੀ ਮੈਨੂੰ ਇਹ ਸੋਚ ਕੇ ਚੇਤੇ ਕਰਕੇ ਅੱਜ ਵੀ ਗੁੱਸਾ ਆਉਂਦਾ ਹੈ, ਤੇ ਮੈਂ ਅੱਜ ਤੱਕ ਇਸੇ ਕਰਕੇ ਆਪਣੇ ਡੈਡ ਨੂੰ ਵੀ ਮਾਫ ਨਹੀਂ ਕੀਤਾ। ਮੈਂ ਕਿਵੇਂ ਭੁਲਾਵਾਂ ਉਹ ਦਿਨ ਜਦੋਂ ਤੁਹਾਡੀ ਜ਼ਿੰਦਗੀ ਦਾ ਉਹ ਦੌਰ ਸ਼ੁਰੂ ਹੋ ਗਿਆ। 6 ਮਹੀਨੇ ਤੁਸੀਂ ਦੋਵੇਂ ਜਣੇ ਇੱਕ ਮੁੰਡੇ ਕੋਲ ਤੇ 6 ਮਹੀਨੇ ਦੂਜੇ ਮੁੰਡੇ ਕੋਲ, ਤੇ ਦਿੱਲੀ ਵਾਲੀ ਤਾਈ ਅੰਬੈਸਡਰ ਗੱਡੀ ਵਿੱਚ VVIP ਵਾਂਗ ਆਉਂਦੀ ਹੁੰਦੀ ਸੀ। ਸਾਰੇ ਪਿੰਡ ਦੇ ਬੱਚੇ ਕਾਰ ਦੇ ਪਿੱਛੇ ਦੌੜਦੇ ਹੁੰਦੇ ਸੀ। ਤਾਈ ਜੀ ਦਾ ਰੋਲ ਬਹੁਤ ਚੁੱਭਦਾ ਹੁੰਦਾ ਸੀ ਮੈਨੂੰ। ਜਦ ਉਹ ਗੱਡੀ ਵਿੱਚ ਬੈਠਣ ਵੇਲੇ ਤੁਹਾਨੂੰ ਥੋੜ੍ਹੇ ਜਿਹੇ ਪੈਸੇ ਫੜਾ ਕੇ ਜਾਂਦੇ ਹੁੰਦੇ ਸਨ, ਪਰ ਮਾਂ ਜੀ ਤੁਸੀਂ ਵੀ ਤਾਂ ਉਹਨਾਂ ਨੂੰ ਬਹੁਤ ਮੰਨਦੇ ਸੀ ਨਾ। ਜਦੋਂ ਤੁਸੀਂ ਦਿੱਲੀ ਤਾਇਆ ਜੀ ਕੋਲ ਰਹਿਣ ਗਏ ਹੋਏ ਸੀ, ਉੱਥੇ ਰੱਬ ਨੇ ਤੁਹਾਨੂੰ ਪਤਾ ਨਹੀਂ ਕਾਹਦੀ ਸਜ਼ਾ ਦੇ ਦਿੱਤੀ। ਮਾਂ ਜੀ ਤੁਹਾਡੀ ਆਵਾਜ਼ ਚਲੀ ਗਈ, ਅੱਧਾ ਸਰੀਰ ਕੰਮ ਕਰਨਾ ਬੰਦ ਕਰ ਗਿਆ। ਮਾਂ ਜੀ ਬਹੁਤ ਔਖਾ ਸੀ ਤੁਹਾਡੀ ਉਹ ਹਾਲਤ ਦੇਖਣਾ। ਨਾ ਪਤਾ ਲੱਗਦਾ ਸੀ ਕਿ ਤੁਸੀਂ ਕੁਝ ਦੱਸ ਰਹੇ ਹੋ, ਨਾ ਪਤਾ ਲੱਗਦਾ ਸੀ ਕਿ ਤੁਸੀਂ ਕੁਝ ਪੁੱਛ ਰਹੇ ਹੋ। ਬਸ ਹਰ ਗੱਲ ਤੇ ਮਾਣੀ 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 ਕਰੀ ਜਾਣਾ। ਤਰਸ ਆਉਂਦਾ ਸੀ ਮਾਂ ਜੀ। ਤੇ ਮਾਂ ਜੀ ਸਭ ਤੋਂ ਤਰਸਯੋਗ ਹਾਲਤ ਇਹ ਸੀ ਕਿ ਤੁਸੀਂ 4 ਪੁੱਤਾਂ ਦੀ ਮਾਂ ਹੋ ਕੇ ਦਰ-ਦਰ ਰੁਲ ਰਹੇ ਸੀ। ਅਖੇ ਕਦੀ ਮਾਂ ਜੀ ਨੂੰ ਦਿੱਲੀ ਭੇਜ ਦਿਓ, ਕਦੀ ਅੰਮ੍ਰਿਤਸਰ, ਕਦੀ ਇੱਕ ਪੁੱਤ ਦੇ ਘਰ ਧੱਕਾ, ਕਦੀ ਦੂਜੇ ਦੇ ਦਰ ਧੱਕਾ। ਮਾਂ ਜੀ ਕਿੰਨਾ ਚਿਰ ਤੁਸੀਂ ਇਹ ਸਭ ਕੁਝ ਸਹਿੰਦੇ ਰਹੇ ਬੇਜ਼ੁਬਾਨ ਹੋ ਕੇ। ਸੋਚਦੀ ਹਾਂ ਕਿ ਕਿੰਨਾ ਕੁਝ ਤੁਹਾਡੇ ਅੰਦਰ ਚੱਲਦਾ ਹੋ ਜੋ ਤੁਸੀਂ ਕਦੇ ਕਹਿ ਨਾ ਸਕੇ। ਮਾਂ ਜੀ ਮੈਨੂੰ ਪਤਾ ਹੈ ਕਿ ਜੇ ਤੁਹਾਡੀ ਜ਼ੁਬਾਨ ਕੰਮ ਕਰਦੀ ਵੀ ਹੁੰਦੀ ਤਾਂ ਸ਼ਾਇਦ ਤੁਸੀਂ ਕਦੇ ਵੀ ਮੂੰਹੋਂ ਪੁੱਤਾਂ ਦੀ ਸ਼ਿਕਾਇਤ ਨਹੀਂ ਸੀ ਕਰਨੀ, ਕਦੇ ਸਹਿ ਲੈਣਾ ਸੀ ਸਭ ਕੁਝ। ਮਾਂ ਜੀ ਮੈਂ ਕਾਲਜ ਤੇ ਫਿਰ ਯੂਨੀਵਰਸਿਟੀ ਜਾਣ ਲੱਗ ਪਈ ਸਾਂ। ਰੋਜ਼ ਮੇਰੇ ਕੰਨਾਂ ਵਿੱਚ ਇਹੀ ਆਵਾਜ਼ਾਂ ਪੈਂਦੀਆਂ ਸਨ, ਮਾਂ ਜੀ ਨੂੰ ਫਲਾਣਾ ਰੱਖੇ, ਫਲਾਣਾ ਕਿਉਂ ਨਹੀਂ ਰੱਖਦਾ, ਮਾਂ ਜੀ ਨੂੰ ਕਿਉਂ ਵੰਡਿਆ ਗਿਆ, ਕਿਉਂ ਵੰਡਿਆ ਹੋਇਆ ਸੀ ਮਾਂ ਜੀ ਤੁਹਾਨੂੰ 4 ਪੁੱਤਾਂ ਨੇ। ਮੈਨੂੰ ਯਾਦ ਹੈ ਮਾਂ ਜੀ ਤੁਹਾਡਾ ਅੱਧਾ ਸਰੀਰ ਨਕਾਰਾ ਹੋ ਜਾਣ ਕਰਕੇ ਤੁਸੀਂ ਟੱਟੀ ਪਿਸ਼ਾਬ ਬਿਸਤਰੇ ਵਿੱਚ ਹੀ ਕਰਦੇ ਸੋ, ਤੇ ਇਹ ਸਭ ਕੁਝ ਤੁਹਾਨੂੰ ਕਿਸੇ ਦੀ ਮਦਦ ਦੇ ਨਾਲ ਕਰਨਾ ਪੈਂਦਾ ਸੀ। ਮਮਾ ਨੌਕਰੀ ਕਰਦੇ ਸਨ, ਉਹ ਜਿੰਨਾ ਕੁ ਵੀ ਤੁਹਾਡੀ ਚੱਕ ਥਲ ਕਰ ਸਕਦੇ ਸਨ ਕਰਦੇ ਹੁੰਦੇ ਸਨ।
ਪਰ ਹਮੇਸ਼ਾ ਕਿਉਂ ਨਹੀਂ ਕਰਦੇ ਸਨ? ਇਹ ਸਵਾਲ ਤਾਂ ਮੇਰੇ ਮਨ ਵਿੱਚ ਆਉਂਦਾ ਰਿਹਾ। ਇਹ ਸਵਾਲ ਕਿਉਂ ਨਾ ਆਇਆ ਕਿ ਮੈਂ ਕਿਹੜੀ ਛੋਟੀ ਸਾਂ? ਮੈਂ ਤੁਹਾਡਾ ਇਹ ਸਭ ਕੁਝ ਕਿਉਂ ਨਾ ਕਰ ਸਕੀ? ਕਿਉਂ ਨਾ ਕਰਦੀ ਸਾਂ? ਸ਼ਾਇਦ ਮੈਂ ਯੂਥ ਫੇਜ਼ ਵਿੱਚ ਸੀ। ਯੂਥ ਫੇਜ਼ ਵਿੱਚ ਐਂਟਰ ਕੀਤੀ ਸਾਂ। ਸ਼ਾਇਦ ਸਾਇੰਸ ਦੀ ਪੜ੍ਹਾਈ ਕਾਰਨ ਮੈਂ ਬਿਜ਼ੀ ਸਾਂ। ਪਰ ਮਾਂ ਜੀ, ਮੈਨੂੰ ਲੱਗਦਾ ਹੈ ਕਿ ਮੈਂ ਇੱਕ ਬਹੁਤ ਵੱਡਾ ਪਾਪ ਕੀਤਾ ਹੈ। ਹਾਂ, ਜਦੋਂ ਕਿਸੇ ਦੀ ਆਤਮਾ ਦੁਖਾਈਏ ਤਾਂ ਇਹ ਪਾਪ ਹੀ ਤਾਂ ਹੁੰਦੀ ਹੈ ਨਾ। ਮੈਂ ਅੱਜ ਮਹਿਸੂਸ ਕਰਦੀ ਹਾਂ ਕਿ ਜੇ ਕੋਈ ਹੋਰ ਨਹੀਂ ਕਰਦਾ ਸੀ ਤਾਂ ਮੈਂ ਤੁਹਾਡੇ ਲਈ ਉਹ ਡਿਊਟੀ ਕਿਉਂ ਨਾ ਕੀਤੀ? ਮੈਂ ਤੁਹਾਡੇ ਪਿਆਰ ਦੀ ਕੀ ਕਦਰ ਪਾਈ? ਮਾਂ ਜੀ, ਪਤਾ ਨਹੀਂ ਮੇਰੀ ਮੱਤ ਮਾਰੀ ਗਈ ਸੀ, ਪਤਾ ਨਹੀਂ। ਮਾਂ ਜੀ, ਮੈਨੂੰ ਉਹ ਦਿਨ ਨਹੀਂ ਭੁੱਲਦਾ ਜਦੋਂ ਮੈਂ ਯੂਨੀਵਰਸਿਟੀ ਜਾਣ ਦੇ ਲਈ ਤਿਆਰ ਹੋ ਰਹੀ ਸਾਂ। ਘਰ ਵਿੱਚ ਹੋਰ ਕੋਈ ਨਹੀਂ ਸੀ। ਤੁਸੀਂ ਆਪਣੇ ਬੈੱਡ ਵਿੱਚ ਪਏ ਬਹੁਤ ਤਕਲੀਫ ਵਿੱਚ ਸੀ। ਕਈ ਦਿਨਾਂ ਦੀ ਕਬਜ਼ ਕਾਰਨ ਤੁਸੀਂ ਬਹੁਤ ਔਖੇ ਸੀ। ਤੁਸੀਂ ਬੇਜ਼ੁਬਾਨ ਮੈਨੂੰ ਮਾਣੀ ਮਾਣੀ ਕਰਕੇ ਬੁਲਾਉਂਦੇ ਰਹੇ ਮਦਦ ਦੇ ਲਈ। ਮੈਂ ਲੇਟ ਹੋ ਰਹੀ ਸਾਂ ਕਾਲਜ ਤੋਂ। ਮੈਂ ਖਿਝ ਗਈ ਸਾਂ। ਮਾਂ ਜੀ, ਤੁਸੀਂ ਕਿਵੇਂ ਭੁੱਲ ਸਕਦੇ ਹੋ? ਦੇਖ ਸਕਦੇ ਸੀ, ਕਹਿ ਨਹੀਂ ਸਕਦੇ ਸੀ। ਮੈਂ ਅਣਮੰਨੇ ਮਨ ਦੇ ਨਾਲ ਤੁਹਾਡੀ ਮਦਦ ਕੀਤੀ। ਤੁਹਾਡਾ ਪੇਟ ਸਾਫ਼ ਹੋ ਗਿਆ। ਤੁਸੀਂ ਰਾਹਤ ਮਹਿਸੂਸ ਕੀਤੀ। ਪਰ ਮਾਂ ਜੀ, ਮੈਨੂੰ ਤੁਹਾਨੂੰ ਸਾਫ਼ ਕਰਨਾ ਪਿਆ ਸੀ। ਸਾਫ਼ ਕਰਦੇ ਵੇਲੇ ਮੇਰੇ ਮੂੰਹੋਂ ਨਿਕਲ ਗਿਆ ਸੀ ਕਿ ਇਹ ਸਭ ਕੁਝ ਵੀ ਹੁਣ ਮੈਨੂੰ ਹੀ ਕਰਨਾ ਪੈਣਾ। ਮੈਂ ਇਹ ਸਭ ਉਦੋਂ ਤਾਂ ਭੁੱਲ ਗਈ ਮਾਂ ਜੀ, ਪਰ ਸ਼ਾਇਦ ਹਾਲੇ ਤੱਕ ਨਹੀਂ ਭੁੱਲੀ। ਜਿਸ ਦਿਨ ਮੇਰਾ ਵਿਆਹ ਸੀ, ਤੁਹਾਨੂੰ ਯਾਦ ਹੈ ਕਿਵੇਂ ਤੁਸੀਂ ਬਾਪੂ ਜੀ ਨੂੰ ਇਸ਼ਾਰਿਆਂ ਦੇ ਨਾਲ ਕਹਿ ਕੇ ਆਪਣੀ ਪੁਰਾਣੀ ਰਿੰਗ ਕਢਵਾ ਕੇ ਮੈਨੂੰ ਦਿੱਤੀ ਸੀ। ਮਾਂ ਜੀ, ਅਕਸਰ ਧੀਆਂ ਪੁੱਤ ਮਾਂ-ਬਾਪ ਨੂੰ ਉਲਾਂਭੇ ਦਿੰਦੇ ਨੇ ਕਿ ਤੁਸੀਂ ਸਾਡੇ ਲਈ ਕੀ ਕੀਤਾ ਹੈ ਜਾਂ ਕੁਝ ਨਹੀਂ ਕੀਤਾ, ਪਰ ਤੁਸੀਂ ਤਾਂ ਆਪਣੀ ਪੋਤੀ ਲਈ ਵੀ ਇਹ ਸਭ ਕੁਝ ਕੀਤਾ। ਮਾਂ ਜੀ, ਡੋਲੀ ਤੁਰਨ ਵੇਲੇ ਮੈਂ ਤੁਹਾਡੇ ਕਮਰੇ ਵੱਲ ਨੂੰ ਤੁਹਾਨੂੰ ਮਿਲਣ ਆਉਣਾ ਚਾਹੁੰਦੀ ਸਾਂ। ਪਤਾ ਸੀ ਕਿ ਤੁਸੀਂ ਨਾ ਬੋਲ ਸਕਦੇ ਹੋ, ਨਾ ਚੱਲ ਸਕਦੇ ਹੋ। ਤੁਸੀਂ ਮੈਨੂੰ ਉਡੀਕ ਰਹੇ ਹੋਵੋਗੇ। ਪਰ ਰਿਸ਼ਤੇਦਾਰਾਂ ਨੇ ਮੈਨੂੰ ਇਹ ਕਹਿ ਕੇ ਤੁਹਾਨੂੰ ਮਿਲਣ ਨਾ ਦਿੱਤਾ ਕਿ ਨਾ, ਡੋਲੀ ਤੁਰਨ ਵੇਲੇ ਪਿੱਛੇ ਨੂੰ ਨਹੀਂ ਮੁੜੀਦਾ, ਤੇ ਫਿਰ ਮੈਨੂੰ ਵਿਦਾ ਕਰ ਦਿੱਤਾ ਗਿਆ ਬਿਨਾਂ ਤੁਹਾਨੂੰ ਮਿਲਿਆ। ਮਾਂ ਜੀ, ਉਸ ਤੋਂ ਬਾਅਦ ਤਾਂ ਮੈਂ ਆਪਣੇ ਪਰਿਵਾਰ ਦੇ ਵਿੱਚ ਰੁੱਝ ਗਈ। ਪਤਾ ਲੱਗਾ ਕਿ ਤੁਹਾਡੀ ਹਾਲਤ ਹੋਰ ਨਿੱਘਰ ਗਈ ਹੈ ਤੇ ਹਾਲਾਤ ਹੋਰ ਮਾੜੇ ਹੋ ਗਏ ਹਨ। ਮੈਨੂੰ ਪਤਾ ਸੀ ਕਿ ਦਿੱਲੀ ਜਾਂਦੇ ਸੀ ਤਾਂ ਤੁਹਾਨੂੰ ਉਸ ਕਮਰੇ ਵਿੱਚ ਛੱਡ ਦਿੱਤਾ ਜਾਂਦਾ ਸੀ ਜਿੱਥੇ ਕਿਸੇ ਦਾ ਕਦੇ ਆਉਣਾ ਜਾਣਾ ਨਹੀਂ ਸੀ ਹੁੰਦਾ। ਤੇ ਮਾਂ ਜੀ, ਜਦੋਂ ਮੈਂ ਤੁਹਾਨੂੰ ਆਖਰੀ ਵਾਰੀ ਦੇਖਿਆ ਸੀ ਤਾਂ ਤੁਹਾਡੇ ਸਰੀਰ 'ਤੇ ਜ਼ਖਮ ਹੋਏ ਪਏ ਸਨ। ਤੁਹਾਡਾ ਸਰੀਰ ਹੱਡੀਆਂ ਦਾ ਪਿੰਜਰ ਬਣਿਆ ਹੋਇਆ ਸੀ। ਮਾਂ ਜੀ, ਮੈਨੂੰ ਅੱਜ ਦੁੱਖ ਤੇ ਪਛਤਾਵਾ ਇਸ ਗੱਲ ਦਾ ਹੈ ਕਿ ਮੈਂ ਕੀ ਉਡੀਕਦੀ ਸਾਂ। ਮੈਂ ਉਸ ਵੇਲੇ ਚਾਹੁੰਦੀ ਤਾਂ ਹਿੰਮਤ ਕਰਕੇ ਕਹਿ ਸਕਦੀ ਸਾਂ ਕਿ ਮੇਰੀ ਮਾਂ ਜੀ ਨੂੰ ਮੈਂ ਆਪਣੇ ਨਾਲ ਰੱਖਣਾ ਹੈ, ਮੈਂ ਸੇਵਾ ਕਰਨੀ ਹੈ। ਪਰ ਮਾਂ ਜੀ, ਮੈਂ ਇਹ ਨਾ ਕਰ ਸਕੀ। ਮੈਂ ਇਹ ਸੋਚਿਆ ਵੀ ਨਾ। ਬਸ ਇਹੀ ਸੋਚਦੀ ਰਹੀ ਕਿ ਮੈਂ ਤਾਂ ਇੱਕ ਮਿਡਲ ਕਲਾਸ ਪਰਿਵਾਰ ਦੇ ਵਿੱਚ ਵਿਆਹੀ ਹੋਈ ਹਾਂ, ਮਸਾਂ ਗੁਜ਼ਾਰਾ ਚੱਲਦਾ ਹੈ। ਮਾਂ ਜੀ, ਮੈਨੂੰ ਮਾਫ਼ ਕਰਨਾ, ਮੈਂ ਅਜਿਹਾ ਨਹੀਂ ਕਰ ਸਕੀ। ਪਰਿਵਾਰਿਕ ਤੇ ਸਮਾਜਿਕ ਦਬਾਅ ਦੇ ਡਰੋਂ ਕਹਿ ਵੀ ਨਾ ਸਕੀ। ਮਾਂ ਜੀ, ਸੱਚ ਜਾਣਿਓ, ਜਦ ਮੈਂ ਤੁਹਾਡੀ ਇੰਨੀ ਤਰਸਯੋਗ ਹਾਲਤ ਦੇਖੀ ਤਾਂ ਮੇਰੇ ਮੂੰਹੋਂ ਇਹੀ ਨਿਕਲਿਆ ਕਿ ਵਾਹਿਗੁਰੂ ਤੁਹਾਨੂੰ ਮੁਕਤੀ ਦੇ ਦੇਵੇ। ਮੇਰੇ ਕੋਲੋਂ ਤੁਹਾਡਾ ਕਸ਼ਟ ਨਹੀਂ ਸੀ ਦੇਖਿਆ ਜਾਂਦਾ। ਮੈਂ ਤੁਹਾਨੂੰ ਇੱਕ ਵੱਖ ਕਮਰੇ ਵਿੱਚ ਪਿਆ ਨੂੰ ਦੇਖਦੀ ਸਾਂ। ਕਦੀ ਕਦਾਈ ਬਸ ਡਿਊਟੀ ਪੂਰੀ ਕਰਨ ਦੇ ਲਈ ਤੁਹਾਡੇ ਮੂੰਹ ਵਿੱਚ ਕੋਈ ਪਾਣੀ ਦੀਆਂ 2-4 ਬੂੰਦਾਂ ਪਾ ਜਾਂਦਾ ਸੀ। ਤੁਸੀਂ ਕੁਝ ਨਹੀਂ ਕਹਿੰਦੇ ਸੀ, ਬਸ ਛੱਤ ਵੱਲ ਦੇਖਦੇ ਰਹਿੰਦੇ ਸੀ। ਅਖੀਰ 'ਚ ਇਹ ਲਿਖ ਰਹੇ ਨੇ, ਕਹਿੰਦੇ ਬਸ ਛੱਤ ਵੱਲ ਦੇਖਦੇ ਰਹਿੰਦੇ ਸੀ।
उस रात मैं उत्थे ही सां ते तड़के 2:30-3 वजे ताया जी का फोन आया तो मेरा मत्था ठणकिया। पता सी कि माँ जी तुसी नहीं रहे, पर माँ जी तुसी रह के भी तो नहीं रह रहे सी ना। माँ जी सच जानियो मेरे मूँहों एक ही गल निकली कि शुक्र है वाहिगुरू, माँ जी की मुक्ति हो गई। पर माँ जी उस पल तो बाद मैं अपने आप नूं कसूरवार समझती रही ते समझ रही हाँ। अखीर 'ਚ लिख रहे ने, कहते माँ जी मैं अक्सर इदा महसूस करती हाँ कि तुसी मेरे आस पास हो। मैं तुहाडे कोलों माफ़ियाँ मंगदी हाँ कि माफ़ कर दिओ माँ जी, माफ़ कर दिओ। ये मैं पढ़ी लिखी बच्ची सां, मैं जे तुहाडी तकलीफ समझदी सां, महसूस करदी सां तुहाडे लई, तां मैनूं अपनी ड्यूटी समझनी चाहीदी सी। मेरे माँ जी तुहानूं इन्ने कष्ट विच इस तरह दुनिया तो नहीं जाना चाहिदा सी। माँ जी मैं पाप कीता है, मैं तुहानूं गलत बोली, मैनूं पता तुहाडे कन्नां 'ਚ बोल पै गए सन मेरे, तुसी समझ सकदे सी भावें बोल नहीं सकदे सी। माँ जी मैं इन्नी उम्र 'ਚ भी हर वार जद कदी इकल्ली हुंदी हाँ तुहाडी याद आउंदी है तो मैं अक्सर तुहाडे कोलों सिर्फ माफ़ी मंगदी हाँ कि मैनूं माफ़ कर दिओ, माफ़ कर दिओ माँ जी। मैं खुद अपने आप नूं तां माफ़ नहीं कर सकी, पर मैनूं अज भी यही लगता है कि माँ जी तुसी मेरे आस पास होवो तां मैं तां माफ़ी मंगण दा एक मौका मिले। मैनूं माफ़ कर दिओ माँ जी। ਇਹ ਸੀ ਜੀ ਕਵਲਜੀਤ ਕੌਰ ਹੋਣਾ ਦੀ ਚਿੱਠੀ। ਸਾਡੀ ਸੁਸਾਇਟੀ ਦੇ ਵਿੱਚ ਹੁੰਦਾ ਕੀ ਹੈ, ਇਹ ਆਸ ਕੀਤੀ ਜਾਂਦੀ ਹੈ, ਸਮਝਿਆ ਜਾਂਦਾ, ਜੋ ਰਵਾਇਤ ਚੱਲਦੀ ਆਈ ਹੈ ਕਿ ਮਾਂ-ਬਾਪ ਦੀ ਦੇਖਭਾਲ ਪੁੱਤਾਂ ਨੇ ਹੀ ਕਰਨੀ ਹੈ। ਧੀਆਂ ਚਾਹ ਕੇ ਵੀ ਇਹ ਕੰਮ ਨਹੀਂ ਕਰ ਸਕਦੀਆਂ, ਜ਼ੁਬਾਨ ਤੋਂ ਹੀ ਲੈ ਕੇ ਨਹੀਂ ਆਉਂਦੀਆਂ ਇਹ ਗੱਲ, ਜਿਹੜੀ ਕਵਲਜੀਤ ਹੁਣਾਂ ਨੂੰ ਹਮੇਸ਼ਾ ਲਗਾਤਾਰ ਇਹ ਗੱਲ ਬੌਦਰ ਕਰਦੀ ਰਹੀ ਕਿ ਚਾਹੇ ਇਹ ਵਿਆਹੇ ਗਏ ਸੀ, ਆਪਣੇ ਘਰ ਚਲੇ ਗਏ ਸੀ, ਉਸ ਤੋਂ ਬਾਅਦ ਵੀ ਕਹਿੰਦੇ ਜੇ ਮੈਂ ਚਾਹੁੰਦੀ ਤਾਂ ਮੈਂ ਆਪਣੀ ਦਾਦੀ ਨੂੰ, ਆਪਣੀ ਮਾਂ ਜੀ ਨੂੰ ਨਾਲ ਲੈ ਕੇ ਜਾ ਸਕਦੀ ਸੀ, ਸੇਵਾ ਕਰ ਸਕਦੀ ਸੀ, ਪਰ ਮੈਂ ਹਿੰਮਤ ਹੀ ਨਹੀਂ ਕਰ ਸਕੀ, ਇਹ ਗੱਲ ਆਪਣੀ ਜ਼ੁਬਾਨ 'ਤੇ ਹੀ ਨਹੀਂ ਲਿਆ ਸਕੀ। ਅੱਜ ਕਿਉਂਕਿ ਮੈਂ ਕਿਹਾ ਸੀ ਇਹ ਚਿੱਠੀ ਇੱਕ ਵੱਖਰੀ ਕਿਸਮ ਦੀ ਚਿੱਠੀ ਹੈ, ਆਡੀਓ ਦੇ ਰੂਪ ਦੇ ਵਿੱਚ ਮੇਰੇ ਕੋਲ ਪਹੁੰਚੀ ਹੈ, ਅਤੇ ਕਵਲਜੀਤ ਹੋਣਾ ਦਾ ਇੱਕ ਆਡੀਓ ਕਲਿੱਪ ਵੀ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਨਾ ਚਾਹੁੰਦੀ ਹਾਂ, ਕਿਉਂਕਿ ਜਿਨ੍ਹਾਂ ਭਾਵਨਾਵਾਂ ਦੇ ਨਾਲ ਉਹਨਾਂ ਨੇ ਚਿੱਠੀ ਇਹ ਲਿਖੀ ਹੈ, ਮੈਂ ਚਾਹੁੰਦੀ ਹਾਂ ਕਿ ਜਿੰਨੇ ਲੋਕ ਵੀ ਸੁਣ ਰਹੇ ਆ, ਜਿਨ੍ਹਾਂ ਦੇ ਮਾਂ-ਬਾਪ ਬਜ਼ੁਰਗ ਹੈਗੇ ਆ ਜਾਂ ਕੋਈ ਇਹੋ ਜਿਹੀ ਬਿਮਾਰੀ ਦਾ ਸ਼ਿਕਾਰ ਹੈਗੇ ਆ, ਉਹਨਾਂ ਦੇ ਉੱਤੇ ਡਿਪੈਂਡੈਂਟ ਨੇ ਮਾਂ-ਬਾਪ, ਉਹ ਕਵਲਜੀਤ ਦੀ ਇਹ ਆਵਾਜ਼ ਜ਼ਰੂਰ ਸੁਣ। ਆਓ ਸੁਣਦੇ ਹਾਂ ਇਹ ਕਲਿੱਪ। ਇਹ ਮੈਂ ਪੜ੍ਹੀ ਲਿਖੀ ਬੱਚੀ ਸੀ, ਮੈਂ ਅਗਰ ਸਮਝਦੀ ਸੀ, ਮਹਿਸੂਸ ਕਰਦੀ ਸੀ ਤੁਹਾਡੇ ਲਈ, ਤਾਂ ਮੈਨੂੰ ਆਪਣੀ ਡਿਊਟੀ ਸਮਝਣੀ ਚਾਹੀਦੀ ਸੀ। ਮੇਰੇ ਮਾਂ ਜੀ ਨੂੰ ਇਸ ਤਰ੍ਹਾਂ ਦੁਨੀਆ ਤੋਂ ਨਹੀਂ ਜਾਣਾ ਚਾਹੀਦਾ ਸੀ ਇਸ ਹਾਲਾਤ ਵਿੱਚ, ਔਰ ਮੈਂ ਪਾਪ ਇਹ ਕੀਤਾ ਕਿ ਜਦੋਂ ਮੈਂ ਉਹਨਾਂ ਨੂੰ ਗਲਤ ਬੋਲਿਆ, ਅਰੇ ਉਹ ਤਾਂ ਸਮਝ ਹੀ ਨਹੀਂ, ਉਹ ਸਮਝ ਸਕਦੇ ਸੀ ਪਰ ਉਹ ਬੋਲ ਨਹੀਂ ਸਕਦੇ ਸੀ। ਸੋ ਹਰ ਵੇਲੇ ਅੱਜ ਇੰਨੀ ਉਮਰ 'ਚ ਵੀ ਮੈਂ ਨਵਜੋਤ ਬਹੁਤ ਵਾਰੀ ਜਦੋਂ ਵੀ ਇਕੱਲੀ ਹੁੰਦੀ ਹਾਂ ਮੈਨੂੰ ਮੇਰੇ ਮਾਂ ਜੀ ਯਾਦ ਆਉਂਦੇ ਆ, ਅਤੇ ਅਕਸਰ ਉਹਨਾਂ ਕੋਲ ਮੈਂ ਸਿਰਫ ਮਾफ़ੀ ਮੰਗਦੀ ਹਾਂ, ਮਾਂ ਜੀ ਮਾफ़ ਕਰ ਦਿਓ ਮੈਨੂੰ। ਸੋ ਮੈਂ ਖੁਦ ਆਪਣੇ ਆਪ ਨੂੰ ਤਾਂ ਮਾफ़ ਨਹੀਂ ਕਰ ਪਾਈ, ਪਰ ਮੈਂ ਅਜੇ ਵੀ ਮੈਨੂੰ ਹੁੰਦਾ ਹੈ ਕਿ ਕਿਤੇ ਮੇਰੇ ਆਸ-ਪਾਸ ਹੋਣ ਤਾਂ ਮੈਨੂੰ ਮਾफ़ ਕਰ ਦੇਣ। ਤੇਰਾ ਪ੍ਰੋਗਰਾਮ ਦੇ ਬਾਅਦ ਮੈਨੂੰ ਆਇਆ ਕਿ ਮੈਂ ਨਹੀਂ ਜਾਣਦੀ ਕਿ ਰੂਹਾਂ ਆਸ-ਪਾਸ ਹੁੰਦੀਆਂ ਨੇ ਕਿ ਨਹੀਂ ਹੁੰਦੀਆਂ ਨੇ, ਪਰ ਮੇਰੇ ਆਤਮਾ 'ਤੇ ਬਹੁਤ ਵੱਡਾ ਬੋਝ ਹੈ। ਅਗਰ ਤੂੰ ਇਸ ਚਿੱਠੀ ਨੂੰ ਆਪਣੇ ਪ੍ਰੋਗਰਾਮ ਸ਼ਾਮਲ ਕਰੇਂਗੀ ਤਾਂ ਸ਼ਾਇਦ ਮੈਨੂੰ ਇਹ ਮਹਿਸੂਸ ਹੋਏ ਕਿ ਮੇਰੀ ਮਾਂ ਜੀ ਤੱਕ ਮੇਰੀ ਆਵਾਜ਼ ਜਾ ਰਹੀ ਹੈ। ਸ਼ਾਇਦ ਇਹਨੂੰ ਸੁਣ ਕੇ ਹੋਰ ਧੀਆਂ ਪੁੱਤਰ
ਕੁਛ ਇਹਨੂੰ ਮਹਿਸੂਸ ਕਰ ਸਕਣ, ਅਸੀਂ ਆਪਣੇ ਬਜ਼ੁਰਗਾਂ ਨੂੰ ਮਾਨ ਸਨਮਾਨ ਦੇ ਸਕੀਏ। ਇਸ ਜੱਗ ਤੋਂ ਤਾਂ ਸਭ ਨੇ ਤੁਰ ਜਾਣਾ ਹੈ, ਪਰ ਕਿਸੇ ਦੀ ਆਤਮਾ ਨੂੰ ਕਸ਼ਟ ਨਹੀਂ ਹੋਣਾ ਚਾਹੀਦਾ। ਸੋ ਮੈਂ ਇੱਥੇ ਹੀ ਇਸ ਨੂੰ ਬੰਦ ਕਰਦੀ ਹਾਂ। ਨਵਜੋਤ, ਇਹ ਸੀ ਜੀ ਕਵਲਜੀਤ ਹੋਣਾ ਦੀ ਆਡੀਓ। ਕਵਲਜੀਤ ਜੀ, ਤੁਹਾਡੀ ਚਿੱਠੀ ਮੈਂ ਪੜ੍ਹ ਦਿੱਤੀ ਹੈ। ਮੈਨੂੰ ਨਹੀਂ ਪਤਾ ਕਿ ਤੁਹਾਡੀ ਇਸ ਆਡੀਓ ਚਿੱਠੀ ਨੂੰ ਜਦੋਂ ਮੈਂ ਟਰਾਂਸਕ੍ਰਿਪਟ ਕੀਤਾ ਹੈ ਉਹਦੇ ਨਾਲ ਮੈਂ ਕਿੰਨਾ ਕੁ ਇਨਸਾਫ ਕਰ ਸਕੀ ਹਾਂ। ਇਸੇ ਕਰਕੇ ਮੈਂ ਕੋਸ਼ਿਸ਼ ਕੀਤੀ ਹੈ ਕਿ ਤੁਹਾਡੀ ਆਪਣੀ ਆਵਾਜ਼ ਜ਼ਰੂਰ ਮੈਂ ਅਖੀਰ ਦੇ ਵਿੱਚ ਪਲੇ ਕਰਾਂ। ਬਹੁਤ ਬਹੁਤ ਸ਼ੁਕਰੀਆ। ਤੁਸੀਂ ਹੀ ਖੁਦ ਹਲਕੇ ਨਹੀਂ ਹੋਏ ਇਹ ਚਿੱਠੀ ਲਿਖ ਕੇ। ਤੁਸੀਂ ਯਕੀਨ ਕਰਿਓ ਕਿ ਤੁਸੀਂ ਆਪਣੀ ਮਾਂ ਜੀ ਦਾ ਵੀ ਦਰਦ ਸਾਂਝਾ ਕੀਤਾ ਹੈ, ਅਤੇ ਹੋਰ ਬਹੁਤ ਸਾਰੇ ਇਹੋ ਜਿਹੇ ਮਾਂ-ਬਾਪ ਜਿਹੜੇ ਪੁੱਤਾਂ ਦੇ ਹੁੰਦਿਆਂ ਹੋਇਆਂ, ਧੀਆਂ ਦੇ ਹੁੰਦਿਆਂ ਹੋਇਆਂ ਦਰ-ਦਰ ਭਟਕਦੇ ਫਿਰਦੇ ਨੇ। ਉਹਨਾਂ ਦੀ ਗਿਣਤੀ ਵੀ ਕਾਫੀ ਵੱਡੀ ਹੈ। ਬਹੁਤ ਕੁਝ ਲੁਕਿਆ ਹੋਇਆ, ਬਹੁਤ ਕੁਝ ਦੱਬਿਆ ਹੋਇਆ। ਸਾਰੇ ਇਸ ਢੰਗ ਦੇ ਨਾਲ ਗੱਲ ਨਹੀਂ ਕਰਦੇ। ਅਤੇ ਤੁਸੀਂ ਸਭ ਤੋਂ ਵੱਡੀ ਗੱਲ ਇਹ ਕੀਤੀ ਹੈ, ਤੁਸੀਂ ਕਿਹਾ ਕਿ ਵੀ ਮੇਰਾ ਆਪਣਾ ਅਸਲੀ ਨਾਮ ਸਾਹਮਣੇ ਆਊਗਾ ਤਾਂ ਮੈਂ ਥੋੜ੍ਹਾ ਜਿਹਾ ਇਸ ਗੱਲ ਤੋਂ ਜ਼ਿਆਦਾ ਮੈਨੂੰ ਹਲਕਾ ਮਹਿਸੂਸ ਹੋਏਗਾ ਕਿ ਹਾਂ, ਸੱਚੀ ਮੁੱਚੀ ਮੈਂ ਆਪਣੇ ਦਿਲ ਦੀ ਗੱਲ ਕਹੀ ਹੈ। ਇਹ ਜਿਹੜੀ ਮੇਰੀ ਤਕਲੀਫ ਹੈ, ਇਹ ਅਸਲੀ ਤਕਲੀਫ ਹੈ, ਸ਼ਾਇਦ ਕਿਤੇ ਘਟ ਸਕੇ। ਮੈਂ ਉਮੀਦ ਕਰਦੀ ਹਾਂ ਕਿ ਇਹ ਗੱਲ ਸਾਂਝੀ ਕਰਕੇ ਤੁਸੀਂ ਜਿਹੜਾ ਆਪਣੇ ਦਿਲ ਤੋਂ ਬੋਝ ਉਤਾਰਨ ਦੀ ਕੋਸ਼ਿਸ਼ ਕੀਤੀ ਹੈ, ਤੁਹਾਡਾ ਬੋਝ ਜ਼ਰੂਰ ਹਲਕਾ ਹੋਇਆ ਹੋਏਗਾ। ਅਤੇ ਵੱਡੀ ਗੱਲ ਇਹ ਹੈ ਕਿ ਜੇ ਇਸ ਚਿੱਠੀ ਨੂੰ ਸੁਣ ਕੇ ਕਿਸੇ ਇੱਕ ਵੀ ਵਿਅਕਤੀ ਨੂੰ ਇਸ ਗੱਲ ਲਈ ਡਾਇਰੈਕਸ਼ਨ ਮਿਲੇ ਕਿ ਦੂਸਰਾ ਵਿਅਕਤੀ ਜਿਹੜਾ ਤਕਲੀਫ ਦੇ ਵਿੱਚ ਹੈ, ਚਾਹੇ ਉਹ ਸਾਡੇ ਮਾਂ-ਬਾਪ ਨੇ ਜਾਂ ਕਿਸੇ ਵੀ ਰਿਸ਼ਤੇ ਦੇ ਵਿੱਚ ਹੈ, ਉਹਦਾ ਦਰਦ ਅਸੀਂ ਮਹਿਸੂਸ ਕਰ ਸਕਦੇ ਹਾਂ। ਅਤੇ ਬਹੁਤ ਸਾਰੇ ਇਹੋ ਜਿਹੇ ਬੱਚੇ ਹੋਣਗੇ ਜਿਹੜੇ ਇਸ ਗੱਲ ਨੂੰ ਸੁਣ ਰਹੇ ਹੋਣਗੇ ਜਾਂ ਜਿਨ੍ਹਾਂ ਨੇ ਸੁਣਿਆ ਹੋਏਗਾ, ਸੋਚਣ ਲਈ ਜ਼ਰੂਰ ਮਜਬੂਰ ਕਰੇਗੀ ਤੁਹਾਡੀ ਇਹ ਚਿੱਠੀ। ਹਿੰਮਤ ਕਰਨ ਦੇ ਲਈ, ਹੌਸਲਾ ਜਤਾਉਣ ਦੇ ਲਈ ਅਤੇ ਇਸ ਢੰਗ ਨਾਲ ਖੁੱਲ੍ਹ ਕੇ ਗੱਲ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅਤੇ ਬਾਕੀ ਜਿੱਥੇ ਜਿੱਥੇ ਵੀ ਸਾਡੇ ਸੁਣਨ ਵਾਲੇ, ਦੇਖਣ ਵਾਲੇ ਬੈਠੇ ਨੇ, ਉਹਨਾਂ ਨੂੰ ਇਹੀ ਗੁਜ਼ਾਰਿਸ਼ ਹੈ ਕਿ ਇਸ ਤਰ੍ਹਾਂ ਚਿੱਠੀਆਂ ਅਣਲਿਖੀਆਂ ਤੁਸੀਂ ਵੀ ਜ਼ਰੂਰ ਲਿਖੋ। ਕੋਈ ਬੋਝ ਚੁੱਕੀ ਫਿਰਦੇ ਹੋ, ਤੁਹਾਡੇ ਅੰਦਰ ਕੋਈ ਇਹੋ ਜਿਹੀ ਗੱਲ ਹੈ, ਕਿਸੇ ਤਰ੍ਹਾਂ ਦੀ ਤੁਸੀਂ ਗਿਲਟ ਮਹਿਸੂਸ ਕਰਦੇ ਹੋ, ਜਾਂ ਹੋਰ ਵੀ ਕੁਝ ਚੰਗੀਆਂ ਭਾਵਨਾਵਾਂ ਵੀ ਹੋ ਸਕਦੀਆਂ ਨੇ, ਤੁਸੀਂ ਜ਼ਰੂਰ ਸਾਂਝੀਆਂ ਕਰ ਸਕਦੇ ਹੋ। ਮੈਨੂੰ ਇੰਤਜ਼ਾਰ ਰਹੇਗਾ ਤੁਹਾਡੀਆਂ ਚਿੱਠੀਆਂ ਅਣਲਿਖੀਆਂ ਦਾ। ਤੁਸੀਂ ਈਮੇਲ ਕਰ ਸਕਦੇ ਹੋ navjot.dillonwal@gmail.com, ਜਾਂ ਫਿਰ WhatsApp ਦਾ ਨੰਬਰ ਵੀ ਜ਼ਰੂਰ ਨੋਟ ਕਰ ਲਓ 17787129,000। ਅਤੇ ਜੇ ਹਾਲੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਜ਼ਰੂਰ ਕਰੋ, ਅਤੇ ਨਾਲ ਜਿਹੜੀ ਵੀ ਚਿੱਠੀ ਤੁਹਾਡੇ ਤੱਕ ਪਹੁੰਚਦੀ ਹੈ ਉਹਨੂੰ ਸ਼ੇਅਰ ਜ਼ਰੂਰ ਕਰਿਆ ਕਰੋ। ਅਤੇ ਅੱਜ ਚਿੱਠੀਆਂ ਅਣਲਿਖੀਆਂ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ। ਸ਼ੁਕਰੀਆ।